परम सत्कारयोग सतगुरां दी साजी और नवाजी हुई साध संगत जीओ, आप माई भाई धनता दे जोग हों, जिन्हां नूं सतगुरु जी दे चरणां दे विच बैठण दे सुभाग समय प्राप्त होया। आओ साहिबे कमाल सतगुरु धन धन गुरु नानक देव महाराज तो गुरता गद्दी चलती आ रही दशमेश पिता धन धन गुरु गोबिंद सिंह महाराज और सतगुरु कलंगीधर पातशाह गुरु गोबिंद सिंह महाराजियां दा जीवन इतिहास चलदा आ रहा है, जो सतगुरु जी दमदमा साहिब की धरती ते पहुँच चुके ने। डल्ले दे कोल कल दे प्रसंग दे विच डल्ले दी परख कीती। दमदमा साहिब सतगुरु जी ने अपना कमर कसा खुलिया तां गुरमुख प्यारिओ, आओ कल विचार सडी भर के फिर सखना होना, भर के फिर सखना होना मतलब खाली होना। एक दिन गुरु जी दे दीवान विच एक सिख ने दुध का घड़ा भर के आप जी दी आन भेटा कीता। सतगुरु जी ने पुछया, तू किस पिंड विच रहिंदा है ते तेरा अते तेरे पिता का नाम की है? सिख ने कहा, गुरु जी मेरा पिंड मौड़ है, मेरा नाम दलपत ते मैं भीम चंद दा पुत्र हाँ। सतगुरु जी ने उहदे बड़े कद काठ नूं वेख के आखिया, भीम दा पुत्र होण करके ही तू दलतपत दे नाम दा दर्जा पाया। ये बचन करके गुरु जी ने खुश हो के दलपत नूं अपने पासों पग बंधाई अते वचन कीता कि जे तू सिक्खी दी वडियाई रखेगा तां तेरा बहुत सुख संपदा बढ़ेगा। गुरु दी आन सदा मनदा रहना। दलपत गुरु जी दी बख्शिश पा के बड़ा खुश होया अते कुछ दिन हाजरी भर के वापस अपने घर मौड़ पिंड आ गया। दलपत दी चढ़दी कला वेख के पिंड दे डूमा ने उसकी प्रशंसा वजों गाउणा गाया, जिसनूं सुन के दलपत ने खुशी विच आण के वो पग जो गुरु जी ने बख्शिश कीती सी सिर तो ला के डूमा नूं दे दित्ती। गुरु दी बख्शिश दी महानता नूं ना जाणिया, पग डूमा नूं देख के दलपत ने फिर सखना हो गया, फिर खाली हो गया। उहदे जागे हुए भाग फिर सौ गए। दलपत दे भाग फिर जाग पे
ਤਾਂ ਗੁਰਮੁਖ ਪਿਆਰਿਓ ਦਲ ਹੀ ਪ੍ਰਸਿੱਧ ਰਿਹਾ। ਆਖੋ ਸਤਨਾਮ। ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਆ, ਗੁਰੂ ਦੀ ਰਹਿਮਤ ਹੋ ਜਾਂਦੀ ਆ। ਕਈ ਵਾਰ ਅਸੀਂ ਐਸਾ ਕੰਮ ਕਰ ਬੈਠੇ ਆ ਤੇ ਗੁਰੂ ਦੀਆਂ ਬਖਸ਼ਿਸ਼ਾਂ ਤੋਂ ਵਾਂਝੇ ਹੋ ਜਾਂਦੇ ਆ। ਆਖੋ ਸਤਨਾਮ। ਤਾਂ ਗੁਰਮੁਖ ਪਿਆਰਿਓ ਹੁਣ ਕੱਲਾ ਦਲਪਤ ਹੀ ਰਹਿ ਗਿਆ। ਭਾਈ ਭਗਤੂ ਦੇ ਪੋਤਰੇ ਦੀ ਮਨਮੁਖਤਾ, ਭਾਈ ਭਗਤੂ ਦੇ ਪੋਤਰੇ ਦੀ ਮਨਮੁਖਤਾ। ਇਹ ਭਾਈ ਭਗਤੂ ਕੌਣ ਆ? ਸੁਣੋ ਜਰਾ ਕੌਣ ਆ ਇਹ ਭਾਈ ਭਗਤੂ? ਉਹ ਆ ਜੋ ਬਾਬੇ ਆਦਮ ਦੇ ਘਰੇ 60 ਸਾਲ ਬਾਅਦ ਪੁੱਤਰ ਹੋਇਆ ਸੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਕੀਤੀ। 60 ਸਾਲ ਬਾਅਦ ਬਾਬੇ ਆਦਮ ਦੀ ਉਮਰ 60 ਸਾਲ ਦੀ ਹੋ ਗਈ ਸੀ ਤੇ ਫਿਰ ਗੁਰਮੁਖ ਪਿਆਰਿਓ ਜਦੋਂ 60 ਸਾਲ ਦੀ ਉਮਰ ਹੋ ਗਈ ਨਾ, ਫਿਰ ਇਹ ਪੁੱਤਰ ਹੋਇਆ ਸੀ ਭਾਈ ਭਗਤੂ। ਮਹਾਰਾਜ ਜੀ ਨੇ ਕਿਹਾ ਸੀ ਜਿਹੜਾ ਪੁੱਤਰ ਸਾਡੇ ਘਰ ਆਏਗਾ, ਸਾਡੇ ਨਹੀਂ ਜਨਮ ਲਏਗਾ, ਹੁਣ ਤੁਹਾਡੇ ਕਰਮਾਂ ਦੇ ਵਿੱਚ ਆ ਤੇ ਤੁਹਾਡੇ ਘਰ ਆਏਗਾ। ਮਹਾਰਾਜ ਜੀ ਕਹਿੰਦੇ ਨਾਮ ਭਾਈ ਭਗਤੂ ਰੱਖ ਦਿਓ। ਇਹ ਉਹ ਆ ਜਿਹੜਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼, ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨਾਂ ਦੇ ਨਾਲ, ਗੁਰੂ ਰਾਮਦਾਸ ਮਹਾਰਾਜ ਜੀ ਦੇ ਆਪ ਜਨਮ ਤੋਂ ਪਹਿਲਾਂ ਹੀ ਨਾਮ ਰੱਖ ਦਿੱਤਾ ਸੀ। ਬਾਬੇ ਆਦਮ ਦੇ ਘਰ ਹੋਇਆ। ਇਹ ਉਹ ਭਾਈ ਭਗਤੂ ਆ। ਭਾਈ ਇੱਕ ਦਿਨ ਭਾਈ ਭਗਤੂ ਦਾ ਪੋਤਰਾ ਦਿਆਲਦਾਸ ਪਿੰਡ ਭੂਚੋਕੇ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਭਾਈ ਦਿਆਲਦਾਸ ਨੇ ਕੁਝ ਰੁਪਏ ਭੇਟਾ ਰੱਖ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਬੜੇ ਸਨਮਾਨ ਨਾਲ ਬੈਠ ਗਿਆ। ਗੁਰੂ ਜੀ ਨੇ ਉਸ ਵੱਲ ਵੇਖ ਕੇ ਆਖਿਆ, ਗੁਰੂ ਜੀ ਨੇ ਉਸ ਵੱਲ ਵੇਖ ਕੇ ਆਖਿਆ ਕਿ ਦਿਆਲਦਾਸ ਹੁਣ ਤੂੰ ਖੰਡੇ ਵਟ ਦਾ ਅੰਮ੍ਰਿਤ ਛਕ ਕੇ ਸਿੰਘ ਸਜ ਜਾ। ਪਰ ਦਿਆਲਦਾਸ ਨੇ ਨਿਮਾਣੇ ਜਿਹੇ ਹੋ ਕੇ ਆਖਿਆ, ਮਹਾਰਾਜ ਅਸੀਂ ਤਾਂ ਪਿਤਾ ਪਤਾਮਾ ਤੋਂ ਹੀ ਤੁਹਾਡੇ ਕਦੀਮੀ ਸਿੱਖਾਂ, ਸਾਡੇ ਪਿਤਾ ਵੀ ਤੋਂ ਅੱਗੇ ਅਸੀਂ ਤਾਂ ਤੁਹਾਡੇ ਸਿੱਖਾਂ। ਪਹਿਲਾਂ ਮੇਰੇ ਦਾਦਾ ਜੀ ਤੁਹਾਡੇ ਚਰਨਾਂ ਨਾਲ ਜੁੜੇ, ਤੁਹਾਡੇ ਸਿੱਖ ਸਨ। ਫਿਰ ਮੇਰੇ ਪਿਤਾ ਜੀ ਤੁਹਾਡੇ ਸਿੱਖ ਸਨ ਤੇ ਹੁਣ ਮੈਂ ਤੁਹਾਡਾ ਸਿੱਖ ਹਾਂ। ਕਿਰਪਾ ਕਰਕੇ ਮੈਨੂੰ ਇਸ ਰੂਪ ਵਿੱਚ ਰਹਿਣ ਦਿਓ। ਕਹਿੰਦਾ ਜੀ ਅਸੀਂ ਵੈਸੀ ਸਿੱਖਾਂ, ਸਾਨੂੰ ਸਿੱਖ ਰਹਿਣ ਦਿਓ ਇਸੇ ਤਰ੍ਹਾਂ ਹੀ। ਤਾਂ ਗੁਰਮੁਖ ਪਿਆਰਿਓ ਅੱਜ ਵੀ ਦੇਖਦੇ ਆ ਆਪਾਂ, ਬਸ ਜੀ ਸਾਡੇ ਸਿੱਖੀ ਅੰਦਰ ਹੀ ਆ। ਬੰਦਾ ਘੜਾ ਸ਼ਰਾਬ ਦਾ ਪੀ ਜਾਂਦਾ, ਫਿਰ ਕਹੂਗਾ ਸਾਡੇ ਤਾਂ ਇਹ ਸਿੱਖੀ ਅੰਦਰ ਹੀ ਆ। ਲੈ ਦੱਸੋ, ਕੇਸ ਦਾੜੀਆਂ ਕਟਾਣੀਆਂ। ਤਾਂ ਗੁਰਮੁਖ ਪਿਆਰਿਓ ਇਹ ਪਤਾ ਕੌਣ ਨੇ ਜਿਹੜੇ ਦਾੜੀਆਂ ਕੇਸ ਕਟਾਉਂਦੇ ਨੇ? ਸਿੱਖਾਂ ਦੇ ਘਰੇ ਜਨਮ ਹੋਇਆ ਜਿਨ੍ਹਾਂ ਦਾ। ਇਹ ਉਹ ਨੇ ਜਿਹੜੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੀਰ ਨਾਲ ਮੁਗਲ ਮਰੇ ਸੀ। ਮਹਾਰਾਜ ਨੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਤੀਰ ਛੱਡੇ ਸੀ ਨਾ, ਇੱਕ ਇੱਕ ਤੀਰ ਕਈਆਂ ਨੂੰ ਬਿੰਨਦਾ ਗਿਆ। ਸਿੰਘ ਬੜੇ ਖੁਸ਼ ਹੋਏ। ਸਿੰਘ ਖੁਸ਼ ਹੋ ਕੇ ਕਹਿਣ ਲੱਗੇ, ਮਹਾਰਾਜ ਜੀ 4 ਕਿੱਧਰ ਨੂੰ ਛੱਡ ਦਿਓ ਤੇ 4 ਕਿੱਧਰ ਨੂੰ ਛੱਡ ਦਿਓ। ਮਹਾਰਾਜ ਜੀ ਕਹਿੰਦੇ ਭਾਈ ਦਿਆ ਸਿਆ ਇੰਨੀ ਬਹੁਤ ਨੇ। ਕਹਿੰਦਾ ਕਿਉਂ ਮਹਾਰਾਜ ਜੀ, ਤੁਹਾਡਾ ਕਿਹੜਾ ਹਰਜ ਹੁੰਦਾ, ਛੱਡ ਦਿਓ 4 ਤੀਰ ਇੱਧਰ ਨੂੰ। ਮਹਾਰਾਜ ਜੀ ਕਹਿੰਦੇ ਇੰਨੀ ਬਹੁਤ ਨੇ। ਭਾਈ ਦਿਆ ਸਿੰਘ ਕਹਿੰਦਾ ਕਿਉਂ ਸੱਚੇ ਪਾਤਸ਼ਾਹ? ਸਤਿਗੁਰੂ ਕਹਿੰਦੇ ਸਾਡੇ ਤੀਰ ਦੇ ਨਾਲ ਇਹਨਾਂ ਨੇ ਨਰਕਾਂ ਨੂੰ ਤਾਂ ਜਾਣਾ ਨਹੀਂ ਹੈ, ਕਿਉਂਕਿ ਸਾਡਾ ਤੀਰ ਵੱਜਣਾ ਹੈ। ਸੱਚਖੰਡ ਇਸ ਕਰਕੇ ਨਹੀਂ ਜਾਣਾ
ये लोक मनमुख ने। फिर सच्चे पातशाह की बनू इन्हां दा? महाराज जी कहते साडा तीर लगण दे नाल ये सिखां दे घरे जन्म लैणगे। सिखां दे घरे जन्म लैके दाड़ियां केस कटाणगे, फिर उपरों कहणगे भी असीं तां सिख ही आ, बस इन्नी बहुत आ। महाराज जी कहते होर ना छड्डाओ। तां गुरमुख प्यारिओ मन लो गल भी जिहड़े कहंदे भी असीं सिੱਖੇ ਆ जी, दाड़ियां केस रखण दी क्यों लोड़ आ? सुणो जरा ध्यान दे नाल। मंडी दे विच जाने आ मੱਝ लैण वास्ते, मੱਝ दी पूंछ कट्टी होवे, सिंग ਵੱਡੇ होण, ये दसो भी घरे लैके आओगे मੱਝ नूं कि नहीं लैके आओगे? जे अगला कहे भी अद्धे रेट दी है भाई, जे 50,000 दी तां 25 दी लै जा, ले आओगे कि सुरती छड्डे आओगे? अगला कहता ना ये सिंग ने अद्धे सिंग कट्टे पे ने, ये पूंछ कट्टी पई आ, ये लिया के घरे की करनी? तो सोहनी भी लगी किले दे उत्ते खड़ी। फिर ये दस दो इहो जे सिख गुरु दे दर ते प्रवान होणगे जां सोहणे लगणगे? माफ कर दो। महाराज जी कहते खालसा मेरो रूप है खास, खालसे मैं हूँ करू निवास। कहते जिहड़ा खालसा ना वो मेरा रूप है, ਉਹਦੇ ਵਿੱਚ फिर मेरा निवास है। महाराज जी कहते रहत प्यारी मुझको सिख प्यारा नाही, सिखा तेरा चम वो नहीं मैनू प्यारा है। मैनू वो चीज़ प्यारी है जिहड़ी तू रहत रखदा। रहनी रहे सोई, रहनी रहे सोई सिख मेरा, ओ साहिब मैं उसका चेरा। महाराज जी कहते जिहड़ा रहत मर्यादा रखदा ना वो मेरा साहिब आ, मैं उसदा चेरा, भाव के मैं उसदा चेला हाँ, सेवक हाँ। एडी मान वडेई बख्शदी आ। दूजे पासे महाराज जी कहते जब गाय विपरण की रीत मैं ना इनकी करूँ प्रतीत। महाराज जी कहते जदों फिर ये गलत कदम चकेगा, मर्यादा तो उल्ट चलेगा, महाराज जी कहता कदा चित भी मैं इहदी रखिया नहीं करांगा। आखो सतनाम। इस करके भाई सतगुरु के चरणों के नाल जुड़ करके सेवा सिमरन करके गुरु के पाए हुए पूरने ते चल के अपने जन्म नूं सफला बनाना चाहिए है। कहन लगा सच्चे पातशाह भाई भगतू दा पोतरा दयालदास कहंदा सच्चे पातशाह असीं तां तुहाडे सिੱਖੀ आ, पुरातन कदीमी सिੱਖਾਂ, किरपा करके मैनू इसे रूप विच रहण दिओ जिस विच मेरे पिता पदामा रहिंदे रहे। जद दयालदास नूं बहुत समझाउण ते भी गुरु जी दे बचन ना मन्ने, गुरु जी दे बचनां नूं ना मन्निया, तां आप जी ने फरमाया कहते जद नीवियां जातां दे मजहबी सिख रविदासी सिख ਸਿੰਘ सज के खालसे विच मिल गए तां तुसीं उन्हां पासों मंग के अमृत छकोगे। महाराज जी कहते देख लो फिर उन्होंने पासों मंग के अमृत छकोगे। गुरु जी का यह करोपी का वचन सुन के दयालदास चुप करके अपने घर नूं चलिया गया। गुरु जी ने उस दिन तो उसका नाम भगतू का मसंद रख दिता अते उसदे घर कदी ना गए। महाराज जी मुड़ के नहीं कदे गए। जिहड़ा सिख गुरु का बचन मनदा नहीं ना तां गुरमुख प्यारे उहदे उत्ते गुरु की खुशी कदाचित नहीं हुंदी। आखो सतनाम। भावें वो बाणा पाया होवे, भावें दस्तारां बंदियां होण, भावें गुरमुख प्यारे खंडे बट दा अमृत छकिया होवे, जे गुरु का सिख गुरु का हुक्म नहीं मन्नेगा महाराज जी उन्हां ते कदे भी खुश नहीं होंदे, कदे भी खुशी नहीं मिलती है। अगे प्रसंग भाई राम सिंह दा पिंड वेखणा।
ਇੱਕ ਦਿਨ ਗੁਰੂ ਜੀ ਨੇ ਭਾਈ ਜੀਵਨ ਦੇ ਪੋਤਰੇ ਰਾਮ ਸਿੰਘ ਨੂੰ ਆਖਿਆ, ਰਾਮ ਸਿੰਘ, ਇੱਕ ਰਾਤ ਅਸੀਂ ਤੇਰੇ ਪਿੰਡ ਉਤਰ ਕੇ ਤੇਰਾ ਪਿੰਡ ਵੇਖਣਾ ਚਾਹੁੰਦੇ ਹਾਂ। ਅੱਗੋਂ ਰਾਮ ਸਿੰਘ ਨੇ ਕਿਹਾ, ਗੁਰੂ ਜੀ, ਇਸ ਦੇਸ਼ ਵਿੱਚ ਬਹੁਤ ਰੇਤ ਹੈ, ਜਿਸ ਕਰਕੇ ਗਰਮੀ ਪੈਂਦੀ ਹੈ। ਫਿਰ ਹਨੇਰੀਆਂ ਬੜੀਆਂ ਚੱਲਦੀਆਂ ਹਨ ਜੋ ਅਸਮਾਨ ਤੱਕ ਰੇਤੇ ਨੂੰ ਉਡਾ ਕੇ ਲੈ ਜਾਂਦੀਆਂ ਹਨ। ਐਸੇ ਦੇਸ਼ ਵਿੱਚ ਮੇਰਾ ਇਹੋ ਜਿਹਾ ਪਿੰਡ ਹੈ। ਰਾਮ ਸਿੰਘ ਦੀ ਗੱਲ ਸੁਣ ਕੇ ਆਪ ਜੀ ਨੇ ਕਿਹਾ, ਇੱਕ ਵਾਰ ਤੇਰਾ ਪਿੰਡ ਜ਼ਰੂਰ ਵੇਖਣਾ ਹੈ, ਤੂੰ ਤਿਆਰੀ ਕਰ ਲਾ। ਗੁਰੂ ਜੀ ਦਾ ਹੁਕਮ ਸੁਣ ਕੇ ਰਾਮ ਸਿੰਘ ਤੁਰੰਤ ਹੀ ਪਿੰਡ ਚਲਿਆ ਗਿਆ ਅਤੇ ਪਿੰਡ ਵਿੱਚ ਗੁਰੂ ਜੀ ਦੇ ਆਗਮਨ ਭਾਵ ਕਿ ਆਉਣ ਦੀ ਸਭ ਨੂੰ ਖਬਰ ਦਿੱਤੀ। ਰਾਮ ਸਿੰਘ ਨੇ ਸੁੰਦਰ ਔਰ ਸਰਦਖਾਨਾ ਬਣਵਾਇਆ ਅਤੇ ਪਿੰਡ ਦੀਆਂ ਗਲੀਆਂ ਕੂਚੇ ਝਾੜੂ ਨਾਲ ਸਾਫ਼ ਕਰਾ ਦਿੱਤੇ। ਪਤਾ ਲੱਗਿਆ ਵੀ ਸਤਿਗੁਰੂ ਜੀ ਨੇ ਆਉਣਾ। ਸਾਰੀਆਂ ਗਲੀਆਂ ਨਾਲੀਆਂ ਸਾਫ਼ ਕਰਵਾਈਆਂ ਔਰ ਝਾੜੂ ਫਿਰਵਾਇਆ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਜੀ ਦੇ ਬੈਠਣ ਵਾਸਤੇ ਸਰਦਖਾਨੇ ਵਿੱਚ ਪਲੰਗ ਵਿਛਾ ਕੇ ਉਸ ਦੇ ਆਲੇ ਦੁਆਲੇ ਠੰਡਾ ਪਾਣੀ ਛਿੜਕ ਦਿੱਤਾ ਅਤੇ ਮਿੱਟੀ ਦੇ ਕੋਰੇ ਘੜੇ ਪਾਣੀ ਦੇ ਭਰ ਕੇ ਪੀਣ ਵਾਸਤੇ ਰੱਖ ਦਿੱਤੇ। ਇਸ ਤਰ੍ਹਾਂ ਦੀ ਤਿਆਰੀ ਕਰਕੇ ਭਾਈ ਰਾਮ ਸਿੰਘ ਜੀ ਗੁਰੂ ਜੀ ਨੂੰ ਆਪਣੇ ਪਿੰਡ ਲੈ ਆਇਆ ਤੇ ਆਪ ਜੀ ਦੀ ਬੜੇ ਪ੍ਰੇਮ ਨਾਲ ਸੇਵਾ ਕਰਕੇ ਗੁਰੂ ਜੀ ਦੀ ਅਪਰਪਾਰ ਪ੍ਰਸੰਨਤਾ ਪ੍ਰਾਪਤ ਕੀਤੀ। ਆਖੋ ਸਤਿਨਾਮ। ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਦੀਆਂ ਖੁਸ਼ੀਆਂ ਲੈਣੀਆਂ ਭਾਈ ਬੜੀਆਂ ਔਖੀਆਂ ਨੇ। ਐਵੇਂ ਨਹੀਂ ਗੁਰੂ ਖੁਸ਼ ਹੁੰਦਾ। ਗੁਰੂ ਖੁਸ਼ ਕਰਨ ਵਾਸਤੇ ਬੜੇ ਵੱਡੇ ਉਪਰਾਲੇ ਕਰਨੇ ਪੈਂਦੇ ਨੇ, ਫਿਰ ਕਿਤੇ ਗੁਰੂ ਖੁਸ਼ ਹੁੰਦਾ। ਹੁਣ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ। ਸਿੱਖ ਨੇ ਜਿਹੜੇ ਸੰਗਤਾਂ ਚੱਲ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜੇ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਜਾਪ ਕਰਦੀਆਂ ਨੇ, ਸਿਮਰਨ ਕਰਦੀਆਂ ਨੇ। ਆਪਣੇ ਵੀ ਰੋਜ਼ ਸਿਮਰਨ ਚੱਲਦਾ ਹੈ ਕਈ ਦਿਨਾਂ ਤੋਂ ਨਿਰੰਤਰ ਲਗਾਤਾਰ। ਇਹ 13 ਤਰੀਕ ਤੱਕ ਸਿਮਰਨ ਚੱਲੇਗਾ। 13 ਵਾਲੀ ਰਾਤ ਨੂੰ ਸਮਾਪਤੀ ਹੋ ਜਾਣੀ ਆ। ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਬੈਠ ਕੇ ਉਹ ਗੁਰੂ ਨੂੰ ਯਾਦ ਕਰਕੇ ਉਹਦੇ ਨਾਮ ਦਾ ਸਿਮਰਨ ਕਰਦੇ ਆ। ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਨੂੰ ਤੇ ਸਮੂਹ ਸਿੰਘਾਂ ਸ਼ਹੀਦਾਂ ਨੂੰ ਚੇਤੇ ਕਰਕੇ ਆਪਣੇ ਦਿਲ ਵਿੱਚ ਅਫਸੋਸ ਕਰਦੇ ਆ। ਗੁਰੂ ਦੇ ਕੋਲ ਆ ਕੇ ਬਹਿ ਕੇ ਉਹਨਾਂ ਦੇ ਉੱਤੇ ਗੁਰੂ ਦੀ ਖੁਸ਼ੀ ਹੁੰਦੀ। ਆਖੋ ਸਤਿਨਾਮ। ਮਾਫ ਕਰ ਦਿਓ। ਤੁਹਾਡਾ ਕੀ ਖਿਆਲ ਹੈ ਜਿਹੜੇ ਬ੍ਰੈਡ ਬਰੂਡੇ ਜੇ ਪਕੌੜਿਆਂ ਦੇ ਲੰਗਰ ਜਾਂ ਹੋਰ ਲੰਗਰ ਲਾਉਂਦੇ ਨੇ, ਇਹਨਾਂ ਉੱਤੇ ਖੁਸ਼ੀ ਹੋ ਜਾਣੀ ਆ? ਨਹੀਂ ਹੋਣੀ। ਨਾਲੇ ਤਾਂ ਲੱਖਾਂ ਰੁਪਈਆ ਖਰਾਬ ਕਰਦੇ ਆ ਤੇ ਨਾਲੇ ਗੁਰੂ ਦੀਆਂ ਨਰਾਦਰੀਆਂ। ਮੰਨ ਲਓ ਗੱਲ ਵੀ ਕਿਸੇ ਦਾ ਬੱਚਾ ਚੜ੍ਹਾਈ ਕਰ ਜਾਏ, ਬੱਚਾ ਚੜ੍ਹਾਈ ਕਰ ਜਾਏ ਤਾਂ ਗੁਰਮੁਖ ਪਿਆਰੇ ਉਹਦੀ ਵਰਸੀ ਮਨਾਉਣੀ ਹੋਵੇ, ਉਹਦੀ ਵਰਸੀ ਤੇ ਕੀ ਕਰੋਗੇ? ਬ੍ਰੈਡਾਂ ਦਾ ਲੰਗਰ ਲਾਓਗੇ, ਪਕੌੜਿਆਂ ਦੇ ਲੰਗਰ ਲਾਓਗੇ, ਖੁਸ਼ੀਆਂ ਮਨਾਓਗੇ, ਡੀਜੇ ਲਾਓਗੇ, ਕੀ ਕਰੋਗੇ? ਅਫਸੋਸ ਕਰੋਗੇ, ਦੁੱਖ ਪ੍ਰਗਟਾਵਾ ਕਰੋਗੇ। ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਤਾਂ ਇਸ ਤਰ੍ਹਾਂ ਗੁਰਮੁਖ ਪਿਆਰੇ ਚੱਲਣਾ ਪੈਣਾ। ਜੋ ਪੁਰਾਤਨ ਮਰਿਆਦਾ ਗੁਰੂ ਕੀ ਲੰਗਰਾਂ ਦੀ ਆ। ਸਾਦੇ ਲੰਗਰ ਚਲਾਣੇ, ਉਹ ਲੰਗਰ ਵੀ ਤਾਂ ਚਲਾਉਂਦੇ ਹੁੰਦੇ ਸੀ। ਅੱਗੇ ਸਿੱਖ ਸੰਗਤਾਂ ਪੈਦਲ ਚੱਲ ਕੇ ਜਾਂਦੀਆਂ ਸੀ। ਸਿੱਖ ਸੰਗਤਾਂ ਅੱਗੇ ਪੈਦਲ ਤੁਰ ਕੇ ਜਾਂਦੀਆਂ ਸੀ। ਜੋਟੀਆਂ ਬਣਾ ਕੇ ਜੰਗਲਾਂ ਬੀਆਬਾਨ ਦੇ ਰਸਤੇ ਹੋਇਆ ਕਰਦੇ ਸੀ ਤੇ ਤੁਰ ਕੇ ਜਾਂਦੇ ਸੀ। ਤੁਰੇ ਜਾਂਦਿਆਂ ਨੂੰ ਭੁੱਖ ਵੀ ਬੜੀ ਲੱਗਦੀ ਸੀ ਤੇ ਥਾਂ ਥਾਂ ਉਹਨਾਂ ਵਾਸਤੇ ਲੰਗਰ ਲਾਏ ਹੁੰਦੇ ਸੀ। ਪ੍ਰਸਾਦਾ ਪਾਣੀ ਦੇ ਲੰਗਰ ਲੱਗੇ ਹੋਏ ਹੁੰਦੇ ਸੀ ਤਾਂ ਜਾਂਦਾ ਰਾਹੀ ਛੱਕ ਕੇ ਜਾਂਦਾ ਸੀ।
ਅੱਜ तक घरों सकते हैं प्रसादे, गड्डी 'च बहने सीधा फतेहगढ़ साहिब। राते 'च हथ दे के रोकते ने, हालांकि कोई रुकता नहीं। कई बार तेज होंदियां ने, कई बार बच्चों के नुकसान भी होए देखे आ। अज दे सिख ने ढांचा ही बदल लिया। हत्थी सेवा करते माइयां बीबियां प्रसादे बनांदियां, सब्जियां बनांदियां, तां गुरमुख प्यारे वरतांदे। अज कहंदे जी वरतानी बड़ा औखा, आ काम सौखा जिहा चक के 2 ब्रैड अगले नूं फड़ा दो, चाह दा कप फड़ा दो, ना हिंग लगनी ना फटकड़ी लगनी है। पर गुरु की मर्यादा की कहती आ, ना तो लोगों ने ब्रैड खा के खुश होना, तो गुरु ने नाराज जरूर हो जाना है। गुरु की नाराजगी जरूर मिल जानी आ। लोगों का कई ने खा के कई कहणगे घिओ जा वध पाया होया, कहूगा कोई कहू नून वध पाया होया, कोई कहू इन्हों बनाने नहीं आते, खा पी के ਇਹੋ ਜਿਹੇ काम होने ने। बाद दे विच ਲੱਖਾਂ रुपये असी नगरां दे खराब कर दिंदे आ। ਉਹੀ ਲੱਖਾਂ रुपये गुरमुख प्यारे जे गरीब परिवार की कोई लड़की होवे, ਉਹਦੀ लड़की दे विआह किया जाए, 2-4 लड़कियों का विआह किया जाए, किसी गरीब की लड़की को समान दिता जाए, सारी जिंदगी चेते तो रखेगी, याद तो रखेगी ना। इहो जे कर्म करने चाहिए ने। जे गुरु की खुशी लैनी है भाई, साहिबजादे की खुशी लैनी आ, तो गुरु के चरणों के विच बैठ करके उन्होंने चेते करके, उन्होंने यादां नूं चेते करके, उन्होंने प्यार दे विच बैठ के उन्होंने याद करिए। तो गुरमुख प्यारिओ उन्होंने याद विच अथरू बहाइए, फिर गुरु दी खुशियां प्राप्त होंदियां ना। खुश सतनाम। अज तो 30 साल पिछे चले जाओ, विच माइयां बैठियां ने। वो समा जदों हुंदा सी तां गुरमुख प्यारिओ कुछ होर हुंदा सी ते अज दा कुछ होर आ। गुरुद्वारे लैंटर पाउणा होवे 4 लॉसमेंटा कर दो, कोई नहीं आंदा। जे पता लगे भी ब्रैडां दा लंगर चलना, तां गुरमुख प्यारे एक दूजे दे उपर दे गिरदे फिरनगे। कारण की आ? साडा खाण पीण दे नाल प्रेम बन गया, गुरु दे नाल प्रेम नहीं। आखो सतनाम। जिन्हां दा भाई गुरु दे नाल प्यार आ ना, फिर विरले विरले टिकदे ने, बाकी तां फिर झड़ जांदे ने। पुरातन सिंह इसे करके पक्के क्यों कहते सी? गुरुद्वारे कच्चे सी ते सिंह पक्के हुंदे सी। वो अपने कानून मान मर्यादा दे, अपने धर्म दे सेवा ते पक्के हुंदे सी, इस करके उन्होंने पक्के कहते सी। आखो सतनाम। आई फर्का, और कोई फर्क नहीं है। तो गुरमुख प्यारिओ सतगुरु कलगीधर पातशाह गुरु गोबिंद सिंह महाराज जी दी भाई राम सिंह जी ने सेवा करके गुरु जी दियां खुशियां प्राप्त कीतियां। आखो सतनाम। आओ अगे भाई गोदड़िया सिंह दा प्रसंग। भाई गोदड़िया सिंह दा प्रसंग। भाई भगतू दे पुत्रां पास एक गोदड़िया सिख छोटी उम्र तो ही आ रहा सी। भाई गौरे ने उसनों खूह विचों पानी का रस्सा खिंचण दे काम ते लाया होया सी। इस तो बिना होर जो भी आखदे, सवेरे तो शाम तक भाई गोदड़िया बड़े प्रेम नाल काम करदा रहिंदा सी। एक दिन भाई गोदड़िए नूं घाह वड्ढण ते ला दिता। सुनियो इतिहास। एक दिन भाई गोदड़िए नूं घाह वड्ढण ते ला दिता। भाई गोदड़िए घर तो 10 शेर बाजरा तुल के नाल लै गया। घाह वाले खेत दे पास ही पानी का तलाब सी। उत्थे पानी पी के एक शेर बाजरा रोज ਚੱਬ ਛੱਡਦਾ ਅਤੇ ਘਾਹ ਵੱਢਦਾ ਹੋਇਆ ਪ੍ਰਭੂ ਦਾ ਨਾਮ ਸਿਮਰਨ ਕਰਦਾ ਰਹਿੰਦਾ। ਨਾਮ ਦੇ ਵੱਲ ਬੜੀ ਸੁਰਤੀ ਜੁੜੀ ਹੋਈ ਸੀ।
सिमरन दे वल बड़ी सुरती जुड़ी हुई सी। बिना बुलाए तो किसे नाल गल नहीं सी करदा। 10 दिनां विच गोदड़ीए ने घाह दे ढेर ला दिते बड़े बड़े। भाई गौरा घाह दे ढेर वेख के बड़ा खुश होया ते गड्ढे भर भर के घाह घर ले आया। घर आन के फिर गोदड़ीए नूं चक्की पीछण ला दिता। गोदड़िया जपजी साहिब दा पाठ करदा होया बिना किसी रोक चक्की पींदा रहा। इस तरह एक पाठ जपजी साहिब दा रोज भाई गोदड़िया करदा। फिर भाई गौरे ने भाई गोदड़िए नाल एक दासी चक्की पीछण वास्ते ला दिती, पर उसनूं गोदड़िए ने अपने नाल चक्की पीण दिती ते आप कल्ला ही चक्की पींदा रहा। उन्होंने नाल नहीं लाया, दासी नूं नाल नहीं लाया, आप कल्ला ही चक्की पींदा है। एक वारी भाई भगतू दा पुत्र जीवन किसे राहिक ते उहदे कम तो गुस्से हो रहा सी, ਤਾਂ ਗੋਦੜੀਏ ਨੇ ਜੀਵਨ ਨੂੰ ਬੜੇ ਪ੍ਰੇਮ ਨਾਲ ਮਨਾ ਕੀਤਾ। ਭਾਈ ਗੋਦੜੀਏ ਨੇ ਭਾਈ ਜੀਵਨ ਨੂੰ ਬੜੇ ਪ੍ਰੇਮ ਨਾਲ ਮਨਾ ਕੀਤਾ ਕਿ ਇਸ ਨਾਇਕ ਨੂੰ ਕਿਉਂ ਮਾਰਦੇ ਹੋ, ਕਿਉਂ ਕੁੱਟਦੇ ਹੋ। ਇਹ ਸੁਣ ਕੇ ਜੀਵਨ ਨੇ ਗੁੱਸੇ ਨਾਲ ਗੋਦੜੀ ਨੂੰ ਲੱਤ ਮਾਰੀ ਅਤੇ ਆਖਿਆ ਤੈਨੂੰ इन्हां कम्मां दी की खबर है, तू अपना चक्की पीण दा काम करी चल, एवें वाधू क्यों बोलदा है। अगों भाई गोदड़ीए ने सुभावक ही कहता, तेरे मन विच दया नहीं, तैनू राज दे हंकार दा भारा हो गया। वो कम हो गया। कहने साधु बोले सह सुभाए, साधका बोलिया बिरथा ना जाए। कहते तेनू राज का अपमान हो गया, हफारा हो गया, तेनू राज का हफारा हो गया। तो गुरमुख प्यारिओ बचन सार गोदड़ीए दे इस बचन नाल भाई जीवन नूं हफारा चढ़ गया। वो हफारा हो गया उसनूं, ते जिस नाल जीवन बहुत दुखी हो गया। जद कोई वैद इलाज करन आवे तो उसनूं जीवन कह देवे कि रोग गोदड़ी दे श्राप नाल होया। सदा मैं कई बार दीवानां दे विच बाहर अंदर इत्थे भी सदा ही कहना रहना भी 3 चीज़ां तो डर के रहो। वो 3 चीज़ां किहड़ियां ने? एक तां सप तो, दूजा शेर तो, तीजा साधु तो। सप का कोई पता नहीं कदों डंग मार जाए, सप का डंगिया बंदा बचदा नहीं, आखो सतनाम। दूसरा शेर, शेर का खाद्या बंदा बचदा नहीं है। तीजा साधु, साधु का सराफिया होया बंदा बचदा नहीं, आखो सतनाम। ऐसा श्राप होंदा साधु का बचन। तो गुरमुख प्यारिओ फिर इलाज भी नहीं कोई हुंदा, फिर कोई इलाज भी नहीं हुंदा। राड़ा साहब वाले संत बाबा ईसर सिंह जी महापुरुष नेड़ी आपां सब जानते हैं। तो गुरमुख प्यारिओ उन्हां दी जां गड्डी दीवान तो जांदी सी जां दीवान ते आउंदी सी तां बहुत जणे पिछे भज लांदे सी महापुरुषां दे नाल नाल। महापुरुष क्या करदे भी भाई साडे पिछे ना भज्या करो, दीवान चाहुंदे दीवान सुनो ते वचन मनो, उन्हां नूं कमाओ।
ਸਾਡੇ ਪਿੱਛੇ ਭੱਜਣ ਦਾ ਫਾਇਦਾ ਕੋਈ ਨਹੀਂ। ਇਸੇ ਤਰ੍ਹਾਂ ਇੱਕ ਪ੍ਰੇਮੀ ਸੀ, ਉਹਨੂੰ ਕਈ ਵਾਰ ਕਹਿ ਮਹਾਂਪੁਰਸ਼ਾਂ ਨੇ, ਕਹਿੰਦੇ ਭਾਈ ਤੂੰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਿਆ ਕਰ, ਸਾਡੇ ਪਿੱਛੇ ਨਾ ਬਹੁਤਾ ਪਿਆ ਕਰ। ਕਈ ਵਾਰ ਕਹਿ ਦਿੱਤਾ, ਉਹ ਇਸੇ ਤਰ੍ਹਾਂ ਬਚਨ ਨਹੀਂ ਮੰਨਿਆ ਉਹਨੇ। ਫਿਰ ਗੱਡੀ ਦੇ ਨਾਲ ਜਾਂ ਜਾਇਆ ਕਰਨ, ਫਿਰ ਭੱਜ ਲਿਆ ਕਰੇ, ਆਇਆ ਕਰੇ। ਮਹਾਰਾਜ ਨੇ ਮਹਾਂਪੁਰਸ਼ਾਂ ਨੇ ਉਹੀ ਕਹਿਤਾ ਇੱਕ ਦਿਨ ਸਹਿਜ ਸੁਭਾਏ, ਕਹਿੰਦੇ ਕਮਲਿਆ ਤੈਨੂੰ ਕਿੰਨੀ ਵਾਰ ਕਹਿਤਾ ਤੂੰ ਹਟਦਾ ਨਹੀਂ। ਉਹ ਬੰਦਾ ਕਮਲਾ ਹੋ ਗਿਆ, ਆਖੋ ਸਤਨਾਮ। ਕਮਲਾ ਹੋ ਗਿਆ, ਕਮਲ ਕੁੱਟਣ ਲੱਗ ਗਿਆ। ਫਿਰ ਗੇੜਾ ਤੇੜਾ ਦੇ ਕੇ ਫਿਰ ਮਹਾਂਪੁਰਖਾਂ ਦੇ ਕੋਲ ਆਏ, ਕਹਿੰਦੇ ਮਹਾਂਪੁਰਖੋ ਆ ਦੇਖੋ ਇਹਨੂੰ ਕੀ ਹੋ ਗਿਆ। ਉਹ ਕਹਿੰਦੇ ਭਾਈ ਇਹਨੂੰ ਹੋਇਆ ਕੁਛ ਨਹੀਂ, ਇਹਨੂੰ ਬੜਾ ਸਮਝਾਇਆ, ਇਹਨੇ ਬਚਨੇ ਨਹੀਂ ਮੰਨਿਆ, ਸਮਝਿਆ ਨਹੀਂ, ਇੱਕ ਦਿਨ ਸਹਿਜ ਸੁਭਾਈ ਹੋ ਗਿਆ ਬਸ। ਕਹਿੰਦੇ ਕਿਰਪਾ ਕਰੋ ਤੁਹਾਡਾ ਸੇਵਕਾ, ਮਿਹਰ ਕਰੋ। ਸਾਧੂ ਫਿਰ ਦਿਆਵਾਨ ਹੁੰਦੇ ਨੇ ਭਾਈ, ਦਿਆ ਦੇ ਵਿੱਚ ਆਏ। ਮਹਾਰਾਜ ਕਹਿੰਦੇ ਕੋਈ ਨਹੀਂ, ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਸਤ ਸੰਗਤ ਸੁਣਿਆ ਕਰ, ਧਿਆਨ ਨਾਲ ਬਚਨ ਮੰਨਿਆ ਕਰ, ਠੀਕ ਹੋ ਜਾਏਗਾ। ਫਿਰ ਸਮਾਂ ਪਾ ਕੇ ਫਿਰ ਠੀਕ ਹੋ ਗਿਆ, ਕਿਰਪਾ ਹੋ ਗਈ। ਇਸ ਕਰਕੇ ਇਹ ਤਿੰਨ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ, ਬਹੁਤਾ ਨਹੀਂ ਇਹਨਾਂ ਦੇ ਨਾਲ ਖਹਿਬਾਜ਼ੀ ਕਰਨੀ ਚਾਹੀਦੀ। ਸੱਪ ਬੈਠਿਆ, ਬੈਠਾ ਰਹਿਣ ਤੋਂ ਲੰਘ ਜਾਓ ਚੁੱਪ ਕਰਕੇ। ਸੱਪ ਸ਼ੇਰ ਬੈਠਿਆ, ਅੱਖ ਜੀ ਬਚਾ ਕੇ ਚੁੱਪ ਕਰਕੇ ਲੰਘ ਜਾਓ। ਸਾਧੂ ਬੈਠਿਆ, ਬਚਾ ਕੇ ਆਪਣਾ ਲੰਘ ਜਾਓ, ਸੇਵਾ ਕਰੋ, ਕੰਮ ਕਰੋ। ਸਾਧੂ ਨਾਲ ਬਹੁਤਾ ਖੇਹੀ ਦਾ ਨਹੀਂ ਹੁੰਦਾ, ਕੋਈ ਪਤਾ ਨਹੀਂ ਕਦੋਂ ਕਿਹੜਾ ਬਚਨ ਹੋ ਜਾਏ, ਆਖੋ ਸਤਨਾਮ। ਭਾਈ ਗੋਦੜੀਆ ਦੇ ਇਸ ਬਚਨ ਨਾਲ ਭਾਈ ਜੀਵਨ ਨੂੰ ਅਫਾਰਾ ਚੜ ਗਿਆ, ਜਿਸ ਨਾਲ ਬਹੁਤ ਦੁਖੀ ਹੋ ਗਿਆ। ਜਦ ਕੋਈ ਵੈਦ ਇਲਾਜ ਕਰਨ ਨਾ ਆਵੇ ਤਾਂ ਉਸ ਨੂੰ ਜੀਵਨ ਕਹੇ, ਜਦੋਂ ਕੋਈ ਵੈਦ ਇਲਾਜ ਕਰਨ ਆਵੇ ਤਾਂ ਉਸ ਨੂੰ ਭਾਈ ਜੀਵਨ ਕਹੇ ਕਿ ਇਹ ਰੋਗ ਗੋਦੜੀ ਦੇ ਸਰਾਪ ਨਾਲ ਹੋਇਆ। ਸਾਡਾ ਸੇਵਕ ਸਾਡੇ ਨਾਲੋਂ ਵੀ ਵੱਧ ਗਿਆ ਹੈ, ਜਿਸ ਕਰਕੇ ਵਾਕ ਨਾਲ ਬਚਨਾਂ ਨਾਲ ਮੈਂ ਦੁਖੀ ਹੋ ਰਿਹਾ ਹਾਂ। ਜੀਵਨ ਦੀ ਇਹ ਗੱਲ ਸੁਣ ਕੇ ਜਦ ਭਾਈ ਗੌਰਾ ਬੇਨਤੀ ਕਰਕੇ ਗੋਦੜੀਏ ਨੂੰ ਲਿਆਇਆ ਘਰ, ਤਦ ਗੋਦੜੀਏ ਨੇ ਸਤਨਾਮ ਆ ਕੇ ਜੀਵਨ ਦੇ ਪੇਟ ਦੇ ਉੱਤੇ ਹੱਥ ਸੁਹਾਇਆ, ਜਿਸ ਨਾਲ ਅਫਾਰਾ ਉਤਰ ਗਿਆ। ਆਖੋ ਸਤਨਾਮ। ਹੱਥ ਸੁਹਾਇਆ, ਹੱਥ ਰੱਖਿਆ। ਜੇ ਹੁਣ ਕਹਿੰਦੇ ਵੀ ਹੋਰ ਕਿਸੇ ਦੇ ਹੱਥ ਰੱਖਣ ਨਾਲ ਉਹਦਾ ਅਫਾਰਾ ਉਤਰ ਜਾਂਦਾ, ਹੋ ਜਾਂਦਾ ਕਿਤੇ, ਜਾਂ ਡਾਕਟਰ ਵੈਦ ਕਹਿੰਦਾ ਵੀ ਮੈਂ ਹੱਥ ਹੀ ਰੱਖ ਦਿੰਦਾ ਹੋ ਜੂ, ਨਹੀਂ ਹੁੰਦਾ। ਕਾਰਨ ਕੀ ਆ? ਇਹਨਾਂ ਹੱਥਾਂ ਵਿੱਚ ਐਡੀ ਕਰਾਮਾਤ ਕਿਵੇਂ ਆ ਗਈ? ਰੱਬ ਦੇ ਪਿਆਰੇ ਨੇ ਇਹਨਾਂ ਹੱਥਾਂ ਨਾਲ ਸੇਵਾ ਕੀਤੀ ਹੁੰਦੀ ਆ, ਬਿਨਾਂ ਨਿਸਕਾਮ ਤੋਂ, ਬਿਨਾਂ ਕਹਿਣ ਤੋਂ। ਅੱਜ ਕਹਿ ਦੋ ਨਾ ਕਿਸੇ ਨੂੰ ਵੀ ਗੁਰੂ ਘਰ ਆ ਜਾਓ ਭਾਈ ਸੇਵਾ ਕਰ ਲਓ, ਕਈ ਕਹਿਣਗੇ ਬਾਬਾ ਜੀ ਖਾਲੀ ਹੱਥ ਤਾਂ ਇਹ ਸੇਵਾ ਵੀ ਨਹੀਂ ਕਰੀ ਜਾਂਦੀ ਜੀ, ਦਿੱਤੇ ਲੈਤੇ ਤੋਂ ਬਿਨਾਂ। ਸ਼ੇਰ ਮਾਜਰੇ 12 ਸਾਲ ਲਾ ਕੇ ਆਏ ਆ, 11-12 ਸਾਲ। ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੇ, ਉੱਥੇ ਪੁੱਛ ਲਿਓ ਜਾ ਕੇ, ਕੋਈ ਬਹੁਤਾ ਦੂਰ ਨਹੀਂ ਹੈ। ਅੱਗੇ ਕਮੇਟੀ ਪੈਸੇ ਦੇ ਕੇ, ਦਿਹਾੜੀ ਦੇ ਕੇ ਕੰਮ ਕਰਾਉਂਦੀ ਸੀ। ਚਾਦਰਾਂ ਧਵਾਉਣੀਆਂ ਤਾਂ ਪੈਸੇ ਦੇ ਕੇ ਚਾਦਰਾਂ ਧਵਾਉਂਦੇ, ਕੋਈ ਹੋਰ ਘਾਹ ਫੂਸ ਵੱਢਣਾ ਕੁੱਟਣਾ ਕਰਨਾ ਤਾਂ ਪੈਸੇ ਦੇ ਕੇ ਕਰਾਉਂਦੇ। ਜਿਹੜੇ ਆਲੇ ਦੁਆਲੇ ਘਰ ਹੁੰਦੇ ਸੀ ਨਾ, ਪੈਸੇ ਪੂਸੇ ਦੇ ਕੇ ਕੰਮ ਕਰਾਉਂਦੇ। ਜਿਸ ਦਿਨ ਤੋਂ ਦਾਸ ਤੇ ਕਿਰਪਾ ਕੀਤੀ ਮਹਾਰਾਜ ਜੀ ਨੇ, ਉਸ ਦਿਨ ਤੋਂ ਸੇਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ। ਯਕੀਨ ਨਹੀਂ ਆਉਣਾ ਤੁਹਾਨੂੰ, 30-30, 35-35 ਮਾਈਆਂ ਰੋਜ਼ ਸੇਵਾ ਕਰਦੀਆਂ ਰਹਿੰਦੀਆਂ। ਨੌਜਵਾਨ ਵੀਰ ਰੋਜ਼ ਸੇਵਾ ਕਰਦੇ ਰਹਿੰਦੇ। ਜਿਸ ਦਿਨ ਲੈਂਟਰ ਪਾਇਆ ਨਾ, ਇੱਥੇ ਤਾਂ ਆਵਾਜ਼ਾਂ ਮਾਰਦੇ ਆ। ਮੈਂ ਹੈਰਾਨ ਰਹਿ ਗਿਆ ਸੁਣ ਕੇ, ਗੱਲ ਦੇਖ ਕੇ ਵੀ ਸੰਗਤ ਆ ਜੂ। ਮੈਂ ਤਾਂ ਲੇਬਰ ਨੂੰ ਵੀ ਨਹੀਂ ਕਿਹਾ ਵੀ ਚਲੋ ਸੰਗਤ ਬੜੀ ਆ ਜਾਣਾ, ਨੌਜਵਾਨ ਆ ਜਾਣਗੇ, ਵੀ ਕੀ ਲੋੜ ਆਪਾਂ ਨੂੰ 10-15 ਹਜ਼ਾਰ ਰੁਪਏ ਗੁਰੂ ਘਰ ਦਾ ਖਰਾਬ ਕਰਨ ਵਾਸਤੇ। ਜਿਸ ਦਿਨ ਦਰਬਾਰ ਸਾਹਿਬ ਦਾ ਲੈਂਟਰ ਪੈਣਾ ਸੀ ਨਾ, ਮਿਸਤਰੀ ਦੇ ਨਾਲ ਜਿਹੜੇ ਸੀ ਬੰਦੇ, 6 ਬੰਦੇ ਮਿਸਤਰੀ ਦੇ ਆਪਣੇ ਜਿਹੜੇ ਕੰਮ ਲੱਗੇ ਹੋਏ ਸੀ, 2 ਮਿਸਤਰੀ ਸੀ, 6 ਬੰਦੇ। ਮੈਂ ਮਿਸਤਰੀ ਨੂੰ ਕਹਾਂ ਮੈਂ ਬੰਦੇ ਲਿਆਉਣ ਦੀ ਲੋੜ ਨਹੀਂ। ਕਹਿੰਦਾ ਬਾਬਾ ਜੀ
आ जाणगे, कहंदा नौजवान सेवक सिंह संगतां आ जाणगियां। मैं कहा तू क्या गल करती, संगतां तू तां ऐ कहेंगा मिस्त्री भी इहनूं थल्ले तारो जी, तो बंदे ही चढ़ गए सारे, इन्नी संगत इनू उपर किवें खड़े करांगे, तू अपने आप कहेंगा याद रखी बचन। कहना अच्छा जी, वाह हाँ। जिदे आया लेंटर लॉसमेंट करी, घट्टो घट्ट 50 बीबियां उदे लंगर चलिया, प्रसाद खीर सब्जी बनाई, बीबियां ने लंगर पानी तैयार किया, विचे बीबी ने टोकरे चक्कियां, विचे रेता बाजरी मशीन दे विच नाल पाईयां, 2 मशीनां लगियां होई सी। जदों तैयारी हुई लैंटर दे उपर खड़े, जदों चढ़ गए सारे उपर, तां ठेकेदार कहंदा बाबा जी मां हाँ, कहंदा तुहाडा जिहड़ा वचन दा पूरा हो गया, करो किरपा। मां की कहंदा इहनूं थल्ले तारो जी, इत्थे तां तसला कित्ते सिटांगे, तां सारी इन्ने नौजवान वीर सियाणे बंदे बजुर्ग, नाले 15 फुट थल्ले लंगर हाल सी, ते उपर 20 फुट ते उपर 35 फुट उपर सत्त दे चढ़े हुए। कहना जी थल्ले तारो, वीडियो बणिया तुहानूं दिखावांगे कदे। कहना जी संगतां नूं थल्ले तारो, ये तां बहुत हो गए इकट्ठे, इहदा तुहाडे वचन सच्चे हो गए। फिर उन्होंने बेनती की भी भाई इन्ने क जने रह जाओ, बाकी थल्ले आओ। तो गुरमंग प्यारे, ये आ सतगुर की सेवा सफल है जे को करे चित लाए। फिर पता की बनदा, मन चिंदिया सो फल पाए, हौमे विचों जाए। फिर मन दी इच्छा भावना पूरियां हुंदियां ने, आखो सतनाम। फिर हुंदियां ने, फिर किरपा हुंदी आ। ये नहीं है भी सेवा वारी पिछे हट जाइए, कोई ब्रैडा थ्रैडा का लंगर, कोई पकौड़े का लंगर होवे, फिर एक दूजे के उपर दी गिरदे फिरीए, इनू सेवा नहीं कहते। तो गुरमुख प्यारे सरदा दे नाल भावना दे नाल, बड़े बच्चों ने बेचारिਆਂ ने बड़ी सेवा की है। मैनू बड़ा दुख आया बच्चों का, जो मेरे नाल सिंह साज वजाउंदे ने, सारिਆਂ दे हत्थ सिले गए, पाट गए, हुण तक उन्हां तों गिलास भी नहीं फड़िया जांदा। 7-8 सिंह जिहड़े नाल मेरे साज वजाउंदे ने, जसन बेटा होर सारे। ते गुरमुख प्यारिओ, ये सेवा जदों सरदा नाल भावना करदे ना, फिर गुरु जी खुश होंदे ने। सेवा दे विच पावरां ने, रब दे प्यारे ने हत्थी सेवा कीतियां हुंदियां ने। सतगुरु दे दर दी सेवा, गुरु महाराज दे दर दी सेवा, उन्होंने जदों आपां हत्थ लाउने आ ना, महाराज दे स्वरूप नूं हत्थ लाने, सेवा करदे आ, तां गुरमुख प्यारे हत्थां दे विच बरकतां हो जांदियां ने। जिहदे सिर दे उत्ते हत्थ रख दिता ना, बचन कर दिता, वो बंदा ठीक होगा, भावें डॉक्टर भी जवाब दे देना, आखो सतनाम। ये करामातां ही हुंदियां ने कुदरती, बस ये बरकतां हुंदियां ने। घरां दे विच बाबा जी घर च चरण पा दे, क्यों कहने हो, उन्हां दे चरनां दे विच भी पावर हुंदी आ, उन्हां दे चरनां दे विच भी पावर हुंदी है। जिहड़े घर च चरण पा दिंदे ने, उत्थे दिन दुगणियां रात चौगणियां तरक्कियां हो जांदियां ने, आखो सतनाम। फिर गुरमुख प्यारिओ, दिव्य दृष्टि जिन्हां ते दृष्टि पै जांदी आ ना, उन्हां नूं भी निहाल निहाल कर दिंदे ने। इस करके सेवा दे विच बहुत वड्डियां वड्डियां बरकतां ने भाई। हुण भाई जीवन सेवा करदा भाई गोदड़िया, जदों भाई जीवन दी ये गल सुन के भाई गौरा बेनती करके भाई गोदड़िए नूं घर ले आया, तद गोदड़िए ने सतनाम आके जीवन दे पेड़ दे उत्ते हथ सुहाया, तद भाई गोदड़िए ने सतनाम आके जीवन दे पेट ते हथ फेरिया, जिस नाल सारा अफारा उतर गया, तां जीवन सुखी हो गया। इस उपरंत सारे भरावां ने गोदड़िए नूं आख्या कि हुण असीं तुहानूं नहीं रख सकदे, तुसीं श्राप दे दिंदे हो, जिथे तुहाडी इच्छा है चले जावो। गोदड़िया जीवन ते गौरिया
ਭਰਾਵਾਂ ਦੀ ਗੱਲ ਸੁਣ ਕੇ ਉਹਨਾਂ ਦੇ ਪਾਸੋਂ ਚਲਿਆ ਗਿਆ ਅਤੇ ਜੋ ਕੰਮ ਕੋਈ ਕਰਨ ਨੂੰ ਕਹਿ ਦਿੰਦਾ ਉਹੀ ਕਰਕੇ ਭੋਜਨ ਖਾ ਛੱਡਦਾ। ਰਾਤੇ ਤੁਰਿਆ ਫਿਰਦਾ ਰਹਿੰਦਾ। ਜਿਹੜਾ ਕੋਈ ਕਹਿੰਦਾ ਵੀ ਆਹ ਕੰਮ ਕਰਦੇ, ਪ੍ਰਸ਼ਾਦਾ ਪਾਣੀ ਛਕਾ ਦਿਆਂਗੇ, ਆ ਜਾ, ਉਹੀ ਕੰਮ ਕਰ ਦਿੰਦਾ। ਅੱਠੇ ਪਹਿਰ ਸਤਨਾਮ ਦਾ ਜਾਪ ਉਚਾਰਨ ਕਰਦਾ ਰਹਿੰਦਾ ਤੇ ਜਿਹੜਾ ਵੀ ਮੂੰਹ ਤੋਂ ਬਚਨ ਕਰਦਾ ਉਹੀ ਸਤ ਹੋ ਜਾਂਦਾ। ਆਖੋ ਸਤਨਾਮ। ਐਡੀ ਵੱਡੀ ਸਿਮਰਨ ਦੇ ਵਿੱਚ ਪਾਵਰ ਆ ਭਾਈ। ਭਾਈ ਗੋਦੜੀਆ ਦਾ ਵਿਆਹ ਪਹਿਲਾਂ ਹੀ ਹੋਇਆ ਸੀ। ਉਹਦੇ ਘਰ ਨਿਵਾਸ ਕਰਨ ਨਾਲ ਉਹਦੇ 3 ਪੁੱਤਰ ਹੋਏ। ਇੱਕ ਦਿਨ ਗੋਦੜੀਆ ਕਿਸੇ ਲਾਗਲੇ ਪਿੰਡ ਚਲਿਆ ਗਿਆ। ਉੱਥੋਂ ਦੇ ਰਾਹਕ ਨੇ ਗੋਦੜੀਏ ਨੂੰ ਖੇਤੀ ਵੱਢਣ ਵਾਸਤੇ ਲਾ ਦਿੱਤਾ। ਉਹਨੂੰ ਸਰੋਂ ਵੱਢਣ ਵਾਸਤੇ ਲਾ ਦਿੱਤਾ। ਜਦੋਂ ਰਾਹ ਤੇ ਜਾ ਰਿਹਾ ਨਾ, ਤੁਰੇ ਜਾ ਰਿਹਾ, ਤਾਂ ਉਸਨੇ ਇਹਨੂੰ ਸਰੋਂ ਵੱਢਣ ਵਾਸਤੇ ਲਾ ਦਿੱਤਾ ਕਿਸੇ ਜ਼ਿਮੀਂਦਾਰ ਨੇ। ਤਾਂ ਗੁਰਮੁਖ ਪਿਆਰਿਓ, ਗੋਦੜੀਏ ਨੂੰ ਸਰੋਂ ਵੱਢਦਿਆਂ ਸਾਰਾ ਦਿਨ ਬੀਤ ਗਿਆ। ਸਾਰਾ ਦਿਨ ਨਾ ਛੱਡਿਆ। ਖਾਣ ਪੀਣ ਵਾਸਤੇ ਕੁਝ ਨਾ ਪੁੱਛਿਆ। ਕੰਮ ਕਰਾਈ ਗਏ, ਖਾਣ ਪੀਣ ਨੇ ਪੁੱਛਿਆ ਕੁਝ ਨਹੀਂ। ਜਦੋਂ ਸ਼ਾਮ ਹੋ ਗਈ ਤਾਂ ਗੁਰਮੁਖ ਪਿਆਰਿਓ, ਰਾਕ ਜੱਟ ਨੇ ਕਿਹਾ ਚਲੋ ਘਰ ਚੱਲ ਕੇ ਤੁਹਾਨੂੰ ਖਿਚੜੀ ਨਾਲ ਰਜਾਂਦੇ ਆ। ਅੱਗੋਂ ਗੋਦੜੀਏ ਨੇ ਗੁੱਸੇ ਨਾਲ ਕਿਹਾ ਮੈਨੂੰ ਚੰਗੀ ਤਰ੍ਹਾਂ ਖੇਤੀ ਵੱਢ ਦੇਣ ਦਿਓ। ਇਸ ਤਰ੍ਹਾਂ ਬਾਕ ਕਹਿਣ ਨਾਲ ਜੱਟ ਦੁਖੀ ਹੋ ਕੇ ਪੀੜ ਨਾਲ ਹਾਏ ਹਾਏ ਕਰਨ ਲੱਗ ਪਿਆ। ਤਾਂ ਗੁਰਮੁਖ ਪਿਆਰਿਓ, ਲੋਕਾਂ ਨੇ ਜੱਟ ਨੂੰ ਕਿਹਾ ਗੋਦੜੀਆ ਬੜਾ ਵੱਡਾ ਕਰਾਮਾਤੀ ਆ, ਤੂੰ ਇਸ ਤੋਂ ਇਤਨੀ ਬਹੁਤ ਸਖਤ ਕੰਮ ਕਰਵਾਇਆ ਹੈ। ਇਸ ਨੂੰ ਖਾਣ ਪੀਣ ਨੂੰ ਵੀ ਨਹੀਂ ਪੁੱਛਿਆ। ਇਸ ਨੂੰ ਹੁਣ ਵੀ ਰੱਜ ਕੇ ਦਹੀਂ ਖਵਾਓ ਅਤੇ ਹੱਥ ਜੋੜ ਕੇ ਮਾਫੀ ਮੰਗੋ। ਇਹ ਸੁਣ ਕੇ ਜੱਟ ਦੀ ਮਾਂ ਨੇ ਦਹੀਂ ਵਿੱਚ ਬਹੁਤ ਮਿਰਚਾਂ ਪਾ ਕੇ ਗੋਦੜੀ ਨੂੰ ਖਵਾਈਆਂ। ਗੋਦੜੀ ਨੇ ਫੇਰ ਕਰਾਰੀਆਂ ਮਿਰਚਾਂ ਖਾ ਕੇ ਕਿਹਾ ਮਾਈ ਤੈਨੂੰ ਤਤ ਸਿਨ ਹੀ ਸੱਪ ਖਾ ਲਵੇ। ਉਹਨੇ ਅੱਕੀ ਹੋਈ ਨੇ ਜ਼ਿਆਦਾ ਮਿਰਚਾਂ ਪਾਤੀਆਂ। ਕਹਿੰਦੇ ਮਾਈ ਇੰਨੀਆਂ ਮਿਰਚਾਂ ਪਾਤੀਆਂ ਤੈਨੂੰ ਤਤ ਸੀਨ ਹੀ ਭਾਵ ਕੇ ਹੁਣੇ ਹੀ ਸੱਪ ਖਾ ਲਵੇ। ਇਸ ਵਚਨ ਨਾਲ ਰਾਤ ਨੂੰ ਉਹ ਜ਼ਿਮੀਂਦਾਰ ਦੀ ਮਾਂ ਸੱਪ ਲੜ ਕੇ ਮਰ ਗਈ। ਗੋਦੜੀ ਆਪਣੀ ਸੰਸਾਰ ਉੱਥੋਂ ਉੱਠ ਕੇ ਸਵੇਰੇ ਹੀ ਚਲਿਆ ਗਿਆ ਤੇ ਆਪਣੇ ਘਰ ਆ ਗਿਆ। ਇੱਕ ਦਿਨ ਗੋਦੜੀਏ ਨੂੰ ਜਦ ਸਾਧੂਆਂ ਨੇ ਪੁੱਛਿਆ ਇਹ ਕੀ ਕਰਦਾ ਹੈ, ਚਿੱਤ ਨੂੰ ਕਿਸੇ ਗੱਲ ਵਿੱਚ ਲਾਇਆ ਹੋਇਆ ਹੈ। ਗੋਦੜੀ ਬੋਲਿਆ ਚੰਗੀ ਤਰ੍ਹਾਂ ਜੜ੍ਹਾਂ ਪੁੱਟ ਰਿਹਾ। ਕਿਸੇ ਨੇ ਫੜ ਕੇ ਪਤਾ ਕੀ ਕੀਤਾ, ਫੜ ਕੇ ਸਰੋਂ ਵੱਢਣ ਲਾ ਦਿੱਤਾ। ਪੁੱਛਿਆ ਹੈ ਨਹੀਂ ਕਿਸੇ ਨੇ ਕੋਈ ਚਾਹ ਪਾਣੀ ਜਲ ਪਾਣੀ। ਕਿਸੇ ਨੇ ਪੁੱਛਿਆ ਜਾਂਦੇ ਜਾਂਦੇ ਨੇ, ਕਹਿੰਦੇ ਗੋਦੜੀਆ ਕੀ ਕਰ ਰਿਹਾ? ਕਹਿੰਦਾ ਇਹਨਾਂ ਦੀਆਂ ਜੜ੍ਹਾਂ ਪੁੱਟ ਰਿਹਾ। ਆਖੋ ਸਤਨਾਮ। ਗੋਦੜੀਆ ਬੋਲਿਆ ਚੰਗੀ ਤਰ੍ਹਾਂ ਜੜ੍ਹਾਂ ਪੁੱਟ ਰਿਹਾ ਹਾਂ, ਜੋ ਫੇਰ ਨਹੀਂ ਲੱਗਣਗੀਆਂ। ਬਸ ਕੁਝ ਦਿਨਾਂ ਵਿੱਚ ਹੀ ਗੋਦੜੀਏ ਦੇ ਗੁਰਮੁਖ ਪਿਆਰਿਓ 3 ਪੁੱਤਰ ਮਰ ਗਏ। ਇਹਨਾਂ ਨੇ ਮੁੜ ਕੇ ਹਾਲੇ ਨਹੀਂ ਪੁੱਛਿਆ, ਨਾ ਕੋਈ ਜਲ ਪਾਣੀ ਪੁੱਛਿਆ, ਨਾ ਕੋਈ ਲਾ ਕੇ ਕੰਮ ਨੂੰ। ਕਹਿੰਦੇ ਜੜ੍ਹਾਂ ਪੁੱਟ ਰਿਹਾ ਚੰਗੀ ਤਰ੍ਹਾਂ, 3 ਪੁੱਤਰ ਮਰ ਗਏ। ਉਸ ਨੂੰ ਮਨ ਵਿੱਚ ਉਹਨਾਂ ਦੇ ਮਰਨ ਦਾ ਕੋਈ ਲੇਸ ਮਾਤਰ ਵੀ ਖੇਦ ਨਾ ਹੋਇਆ। ਉਸ ਵਾਸਤੇ ਮਿੱਟੀ ਤੇ ਸੋਨਾ ਅਤੇ ਬਨ ਇੱਕ ਸਮਾਨ ਹੁੰਦੇ ਨੇ। ਜਿਹੜੇ ਨਾਮ ਜਪਣ ਵਾਲੇ ਨੇ ਨਾ, ਉਹਨਾਂ ਵਾਸਤੇ ਮਿੱਟੀ ਤੇ ਸੋਨਾ ਇੱਕ ਸਮਾਨ ਹੁੰਦੇ ਨੇ।
ਜਿਹੀ ਜੀ ਮਿੱਟੀ ਹੋਈ ਉਹ ਜਿਹਾ ਸਿਉਣਾ ਹੋਇਆ। ਉਹਨਾਂ ਨੂੰ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ। ਗੋਦੜੀਏ ਨੇ ਜਦ ਗੁਰੂ ਜੀ ਦਾ ਪਿੰਡ ਵਿੱਚ ਆਉਣਾ ਸੁਣਿਆ, ਗੋਦੜੀਏ ਨੇ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿੰਡ ਆਉਣਾ ਸੁਣਿਆ ਤਾਂ ਉਹ ਵੀ ਗੁਰੂ ਜੀ ਦੇ ਦਰਸ਼ਨ ਕਰਨ ਆਇਆ। ਦਰਸ਼ਨ ਕਰਕੇ ਵਾਰ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਬੜਾ ਆਨੰਦ ਨਾਲ ਬੈਠ ਗਿਆ। ਤੇ ਗੁਰੂ ਜੀ ਸਤਿਗੁਰੂ ਜੀ ਨੇ ਪੁੱਛਿਆ ਇਹ ਕੌਣ ਹੈ? ਮਹਾਰਾਜ ਜੀ ਕਹਿੰਦੇ ਇਹ ਕੌਣ ਹੈ? ਲੋਕਾਂ ਨੇ ਦੱਸਿਆ ਜੀ ਇਹ ਬੜਾ ਸੰਤ ਹੈ। ਫਿਰ ਉਸ ਦੀ ਸਾਰੀ ਵਾਰਤਾ ਲੋਕਾਂ ਨੇ ਗੁਰੂ ਜੀ ਨੂੰ ਦੱਸੀ। ਇਹ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਗੁਰੂ ਜੀ ਦੀ ਪ੍ਰਸੰਨਤਾ ਵੇਖ ਕੇ ਗੋਦੜੀਆ ਉਸ ਦਿਨ ਤੋਂ ਗੁਰੂ ਜੀ ਪਾਸ ਸਿੰਘਾਂ ਦੇ ਦਲ ਨਾਲ ਹੀ ਬੜੀ ਸੇਵਾ ਭਾਵ ਨਾਲ ਰਹਿਣ ਲੱਗ ਪਿਆ। ਇੱਕ ਦਿਨ ਗੁਰੂ ਜੀ ਉਸ ਦੇ ਸੇਵਾ ਭਾਵ ਤੇ ਬੜੇ ਪ੍ਰਸੰਨ ਹੋ ਕੇ ਗੋਦੜੀਏ ਵੱਲ ਵੇਖ ਕੇ ਆਖਿਆ ਕਿ ਭਾਈ ਗੋਦੜੀਆ ਵਰਗਾ ਅਸਾਂ ਹੋਰ ਕੋਈ ਤਿਆਗੀ ਨਹੀਂ ਵੇਖਿਆ। ਇਹਦੀ ਪਰਮੇਸ਼ਰ ਨਾਲ ਦ੍ਰਿੜ ਲਿਵ ਲੱਗੀ ਹੋਈ ਆ। ਇਹ ਸਾਰੇ ਦੇਸ਼ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ, ਜੋ ਚਾਹੇ ਸੋਈ ਕਰ ਸਕਦਾ ਹੈ। ਇਹ ਭਾਈ ਵੱਡਾ ਸੰਤ ਹੈ। ਮਾਈ ਭਾਗੋ ਬ੍ਰਹਮ ਗਿਆਨਨ, ਮਾਈ ਭਾਗੋ ਬ੍ਰਹਮ ਗਿਆਨਨ। ਔਰ ਡੱਲੇ ਨੂੰ ਸੂਬਾ ਸਰਹੰਦ ਦੀ ਚਿੱਠੀ ਭਾਈ ਰਾਮ ਸਿੰਘ ਦੇ ਘਰ ਭਾਈ ਕੇ ਚੱਕ ਜਾਣਾ। ਇਹ ਵਿਚਾਰ ਕਰਾਂਗੇ ਹੁਣ ਆਪਾਂ। ਅੱਜ ਦਾ ਰਾਤ ਦਾ ਦੀਵਾਨ ਹੋਏਗਾ, ਕੱਲ੍ਹ ਨੂੰ ਆਸੇ ਦੀ ਵਾਰ ਦਾ ਕੀਰਤਨ, ਪਰਸੋਂ ਨੂੰ ਆਸੇ ਦੀ ਵਾਰ ਦਾ ਕੀਰਤਨ। ਇਹ ਵਿਚਾਰ ਕਰਾਂਗੇ ਹੁਣ ਆਪਾਂ। 28 ਤਰੀਕ ਨੂੰ ਇੱਥੋਂ ਮਾਈ ਭਾਗੋ ਬ੍ਰਹਮ ਗਿਆਨਨ, ਬ੍ਰਹਮ ਗਿਆਨ ਹੋਇਆ ਮਾਈ ਭਾਗੋ ਨੂੰ। ਇਹ ਵਿਚਾਰ ਕਰਾਂਗੇ ਆਪਾਂ ਭਾਈ 28 ਤਰੀਕ ਨੂੰ ਸਵੇਰੇ। ਹੁਣ 3 ਦਿਨ ਸਾਹਿਬਜ਼ਾਦਿਆਂ ਦਾ ਇਤਿਹਾਸ, ਬੈਰਾਗਮਈ ਇਤਿਹਾਸ ਚੱਲੇਗਾ। ਤੇ ਸਾਰੀਆਂ ਸੰਗਤਾਂ ਨੇ ਜਿਹੜੇ ਸਾਹਿਬਜ਼ਾਦਿਆਂ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਿਆਰ ਕਰਨ ਵਾਲਿਓ, ਦੁੱਖ ਸਾਂਝਾ ਕਰਨ ਵਾਲਿਓ, ਦੁੱਖ ਨੂੰ ਜਾਣਨ ਵਾਲਿਓ, ਤੇ ਹੁਣ 3 ਦਿਨ ਅੱਜ ਦਾ ਰਾਤ ਦਾ ਦੀਵਾਨ ਹੋਏਗਾ ਤੇ ਸਵੇਰੇ ਆਸਾ ਦੀ ਵਾਰ ਦਾ, ਫਿਰ ਰਾਤ ਦਾ, ਫਿਰ ਰਾਤ ਦਾ, ਫਿਰ ਆਸਾ ਦੀ ਵਾਰ ਦਾ, ਤੇ ਫਿਰ ਭੋਗ ਦੇ ਉੱਤੇ ਕੀਰਤਨ। ਇਹ 3 ਦਿਨ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਸਮੂਹ ਸਿੰਘ ਸ਼ਹੀਦਾਂ, ਮਾਤਾ ਗੁਜਰ ਕੌਰ ਜੀ ਦੇ ਇਤਿਹਾਸ ਨੂੰ ਸਰਵਣ ਕਰਿਓ। ਆਓ ਰਲ ਮਿਲ ਕੇ ਭਾਈ ਹਾਜ਼ਰੀਆਂ ਵੀ ਭਰਿਓ। ਅੱਜ ਆਪਾਂ ਛੋਟੇ ਸਾਹਿਬਜ਼ਾਦਿਆਂ, ਵੱਡੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ, ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਲੱਗੇ ਨੇ। ਤੇ ਕੋਈ ਵੀ ਮੇਰਾ ਵੀਰ ਭੈਣ ਭਰਾ ਕੋਈ ਐਸਾ ਘਰ ਨਾ ਹੋਵੇ ਜਿਹਦਾ ਤਿਲ ਫੁੱਲ ਮਾਇਆ ਗੁਰੂ ਘਰ ਨਾ ਆਵੇ, ਤੇ ਗੁਰੂ ਕੇ ਅਖੰਡ ਪਾਠ ਸਾਹਿਬ ਵਾਤੇ ਆਪੋ ਆਪਣੀ ਮਾਇਆ ਗੁਰਦੁਆਰਾ ਸਾਹਿਬ ਪਹੁੰਚਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ, ਸਾਹਿਬਜ਼ਾਦੇ ਦੀਆਂ, ਮਾਤਾ ਗੁਜਰ ਕੌਰ, ਉਹ ਸਮੂਹ ਸਿੰਘਾਂ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਆਓ ਅੱਗੇ ਸਮਾਂ ਜਾਤ ਨਹੀਂ ਦਿੰਦਾ। ਅੱਜ ਸ੍ਰੀ ਅਖੰਡ ਪਾਠ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਹੋਣੇ ਆ। ਇਸੇ ਕਰਕੇ ਆਪਾਂ ਨੇ ਸਾਰੀ ਚਿੱਟੀ ਚਾਨਣੀ, ਪਾਲਕੀ ਸਾਹਿਬ ਦੀ ਚਿੱਟੀ ਚਾਨਣੀ, ਤੇ ਰਮਾਲਾ ਸਾਹਿਬ, ਤੇ ਆਪਣਾ ਸਟੇਜ ਦੀ ਚਾਦਰ, ਇੱਧਰ ਜਿੱਧਰ ਆਪਾਂ ਕਥਾ ਕਰਦੇ ਹਾਂ ਵਾਈਟ ਕਲਰ, ਸਾਰੇ ਇਸ ਕਰਕੇ ਵਸਤਰ ਲਾਏ ਨੇ ਕਿਉਂਕਿ ਸ਼ਹੀਦੀ ਜੋੜ ਮੇਲਾ ਇੱਕ ਸੋਗ ਸਮਾਗਮ ਆ। ਇਹ ਸੋਗ ਸਮਾਗਮ ਹੈ ਗੁਰਮੁਖ ਪਿਆਰਿਓ। ਸੋ ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਨਾ, ਚੇਤੇ ਕਰਨਾ ਆਪਾਂ ਨੇ ਰਲ ਮਿਲ ਕੇ ਸਭਨਾਂ ਨੇ ਹਾਜ਼ਰੀਆਂ ਭਰਨੀਆਂ। ਆਈਆਂ ਸੰਗਤਾਂ ਦੀਆਂ ਮਹਾਰਾਜ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ
ਦਰ ਪ੍ਰਵਾਨ ਕਰਿਓ, ਚੱਲਿਆ ਕਦਮ ਲੇਖੇ ਲਾਇਓ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇਂ ਤੋਂ ਸਮਾਂ ਕੱਢ ਕਰਕੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕੀਤਾ ਹੈ। ਆਓ ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਮਹਾਰਾਜ ਜੀਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ, ਕਥਾ ਕੀਰਤਨ ਕਰਦਿਆਂ ਕੋਲੋਂ, ਸੇਵਾਵਾਂ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਜਿਨ੍ਹਾਂ ਸੰਗਤਾਂ ਵੱਲੋਂ ਮਾਇਆ ਗੁਰਦੁਆਰਾ ਸਾਹਿਬ ਪਹੁੰਚ ਗਈ ਆ ਗੁਰੂ ਕੇ ਲੰਗਰਾਂ ਵਾਸਤੇ, ਉਹ ਸੰਗਤਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਦਿਨ ਦੁਗਣੀਆਂ ਰਾਤ ਚੌਗੁਣੀਆਂ ਤਰੱਕੀਆਂ ਬਖਸ਼ ਕਰਨ, ਚੜ੍ਹਦੀ ਕਲਾ ਵਿੱਚ ਰੱਖਣ। ਆਓ ਸ਼ਲੋਕ ਦੇ ਵਿੱਚ ਬੋਲੀਏ ਜੋ ਅੱਜ ਦੇਖਦੀਆਂ ਸੇਵਾਵਾਂ ਹਾਜ਼ਰ ਨੇ ਸਰਦਾਰ ਹਰਮੇਸ਼ ਸਿੰਘ ਜੀ ਸਮੂਹ ਪਰਿਵਾਰ ਵੱਲੋਂ। ਜੋ ਦੇਖਦੀਆਂ ਸੇਵਾਵਾਂ ਹਾਜ਼ਰ ਨੇ ਸਰਦਾਰ ਹਰਮੇਸ਼ ਸਿੰਘ ਜੀ ਸਮੂਹ ਪਰਿਵਾਰ ਵੱਲੋਂ, ਇਹਨਾਂ ਪਰਿਵਾਰ ਵੱਲੋਂ ਦੇਖਦੀਆਂ ਸੇਵਾਵਾਂ ਹਾਜ਼ਰ ਨੇ। ਸ਼ਲੋਕ ਦੇ ਵਿੱਚ ਬੋਲੀਏ ਰਸਨਾ ਕਰੀਏ ਪਵਿੱਤਰ ਅਰਦਾਸ ਹੁਕਮਨਾਮਾ ਸਾਹਿਬ, ਕੜਾਹ ਪ੍ਰਸਾਦ ਦੀ ਦੇਗਾਂ ਲੈ ਕਰਕੇ ਫਿਰ ਆਪੋ ਆਪਣੇ ਘਰੋਂ ਵਿਹਾਰ ਕਰਨੇ ਆ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।